4 ਜੂਨ 1904 ਨੂੰ ਭਗਤ ਪੂਰਨ ਸਿੰਘ ਜੀ ਦਾ ਜਨਮ ਲੁਧਿਆਣਾ ਜ਼ਿਲ੍ਹਾ, ਜਿਹੜਾ ਉਸ ਵੇਲੇ ਬਰਤਾਨਵੀ ਸਮਾਜ ਦੇ ਆਪਾਂ ਅੰਡਰ ਸੀ, ਅੰਗਰੇਜ਼ਾਂ ਦੇ ਅਧੀਨ, ਉਸ ਅਣਵੰਡੇ ਪੰਜਾਬ ਦੇ ਅੰਦਰ ਲੁਧਿਆਣੇ ਜ਼ਿਲ੍ਹੇ ਦੇ ਰਾਜੇਵਾਨ ਰੋਹਣੋ ਪਿੰਡ ਦੇ ਵਿੱਚ ਭਗਤ ਜੀ ਦਾ ਜਨਮ ਹੁੰਦਾ ਹੈ। ਤੇ ਭਗਤ ਜੀ ਇੱਕ ਹਿੰਦੂ ਪਰਿਵਾਰ ਦੇ ਵਿੱਚ ਪੈਦਾ ਹੋਏ। ਪਿਤਾ ਦਾ ਨਾਮ ਸ੍ਰੀ ਸ਼ਿਬੂ ਮਲ ਜੀ ਹੈ, ਮਾਤਾ ਦਾ ਨਾਮ ਮਹਿਤਾਬ ਕੌਰ ਹੈ। ਤੇ ਪਿਤਾ ਜੀ ਉਸ ਵੇਲੇ ਸ਼ਾਹੂਕਾਰਾ ਕਰਦੇ ਸਨ, ਦੁਕਾਨਦਾਰੀ ਕਰਦੇ ਸਨ, ਵਪਾਰ ਕਰਦੇ ਸਨ। ਪਰ ਥੋੜੇ ਸਮੇਂ ਬਾਅਦ ਹੀ ਕਾਲ ਪੈ ਗਿਆ, ਭੁੱਖਮਰੀ ਦਾ ਦੌਰ ਆਇਆ ਤੇ ਕਾਰੋਬਾਰ ਤਬਾਹ ਹੋ ਗਏ। ਜਿਵੇਂ ਅੱਜ ਵੀ ਆਪਾਂ ਵੇਖਦੇ ਕਰੋਨਾ ਕਰਕੇ ਨਾ ਬੜੇ ਲੋਕਾਂ ਦੇ ਕਾਰੋਬਾਰ ਤਬਾਹ ਹੋ ਚੁੱਕੇ ਨੇ, ਲੋਕ ਰੋਟੀ ਤੋਂ ਮੁਹਤਾਜ ਹੋ ਚੁੱਕੇ ਨੇ, ਬੜੀ ਪਰੇਸ਼ਾਨੀ ਹੈ। ਇਸੇ ਤਰ੍ਹਾਂ ਕਾਰੋਬਾਰ ਵਿੱਚ ਘਾਟਾ ਪੈ ਗਿਆ, ਕਾਰੋਬਾਰ ਤਬਾਹ ਹੋ ਗਿਆ। ਜਦੋਂ ਕਾਰੋਬਾਰ ਵਿੱਚ ਘਾਟਾ ਪੈ ਗਿਆ, ਕਾਰੋਬਾਰ ਨਾ ਰਿਹਾ, ਤੇ ਹੋਰ ਇੱਕ ਭਾਣਾ ਵਾਪਰਿਆ ਕਿ ਕੁਝ ਸਮੇਂ ਬਾਅਦ ਭਗਤ ਜੀ ਦੇ ਪਿਤਾ ਜੀ ਭਾਈ ਸ਼ਿਬੂ ਮਲ ਜੀ ਚਲਾਣਾ ਕਰ ਜਾਂਦੇ ਨੇ। ਇੱਕ ਤੇ ਕਾਰੋਬਾਰ ਕੁਝ ਨਹੀਂ ਰਿਹਾ, ਉੱਪਰੋਂ ਪਿਤਾ ਜੀ ਚਲਾਣਾ ਕਰ ਗਏ। ਤੇ ਪਿਤਾ ਜੀ ਦੇ ਚਲਾਣਾ ਕਰਨ ਤੋਂ ਬਾਅਦ ਘਰ ਦੇ ਵਿੱਚ ਆਰਥਿਕ ਮੰਦਹਾਲੀ ਦਾ ਦੌਰ ਜਿਹੜਾ ਹੈ ਉਹ ਫਿਰ ਸ਼ੁਰੂ ਹੋ ਗਿਆ। ਹੁਣ ਭਗਤ ਜੀ ਦਾ ਬਚਪਨ ਦਾ ਨਾਮ ਜਿਹੜਾ ਹੈ ਮਾਤਾ ਜੀ ਨੇ, ਕਿਉਂਕਿ ਮਾਤਾ ਜੀ ਸਨਾਤਨੀ ਮਤ ਦੇ ਸੰਸਕਾਰਾਂ ਵਿੱਚ ਪਲੇ ਹੋਏ ਸਨ, ਬੜੇ ਕੱਟੜ ਸਨ। ਤੇ ਉਹਨਾਂ ਨੇ ਨਾਮ ਰੱਖਿਆ ਰਾਮ ਜੀ ਦਾਸ, ਰਾਮ ਜੀ ਦਾ ਦਾਸ। ਭਗਤ ਜੀ ਦਾ ਬਚਪਨ ਦਾ ਨਾਮ ਰਾਮ ਜੀ ਦਾਸ ਹੈ। ਤੇ ਮਾਤਾ ਨੇ ਰਾਮ ਜੀ ਦਾਸ ਨੂੰ ਪੜ੍ਹਾਉਣ ਵਾਸਤੇ ਇੱਕ ਡਾਕਟਰ ਦੇ ਕੋਲ ਜਾ ਕੇ ਘਰ ਦਾ ਕੰਮਕਾਰ ਕਰਨ ਦੀ ਨੌਕਰੀ ਸ਼ੁਰੂ ਕੀਤੀ। ਭਾਂਡੇ ਮਾਂਜ ਕੇ, ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ, ਝਾੜੂ ਪੋਚਾ ਕਰਕੇ ਮਾਤਾ ਜੀ ਨੇ ਰਾਮ ਜੀ ਦਾਸ ਨੂੰ ਪੜ੍ਹਾਉਣਾ ਆਰੰਭ ਕੀਤਾ। ਇੰਨੀ ਜ਼ਿਆਦਾ ਆਰਥਿਕ ਮੰਦਹਾਲੀ ਹੈ ਤੇ ਨਾਲ ਨਾਲ ਰਾਮ ਜੀ ਦਾਸ ਨੂੰ ਧਰਮ ਦੀ ਬੁਨਿਆਦੀ ਸਿੱਖਿਆ ਦਿੱਤੀ। ਰਾਮ ਜੀ ਦਾਸ ਬੜੇ ਪੱਕੇ ਹੋ ਗਏ ਸਨਾਤਨ ਮਤ ਦੇ ਵਿੱਚ, ਹਨੂਮਾਨ ਚਾਲੀਸਾ ਪੜ੍ਹਦੇ ਰਹਿੰਦੇ ਨੇ ਤੇ ਹਫ਼ਤੇ ਵਿੱਚ 3 ਦਿਨ ਵਰਤ ਵੀ ਰੱਖਦੇ ਸਨ। ਸੋ ਸਮਾਂ ਗੁਜ਼ਰਦਾ ਗਿਆ। 10ਵੀਂ ਕਲਾਸ ਦੇ ਇਮਤਿਹਾਨ ਰਾਮ ਜੀ ਦਾਸ ਨੇ ਦੇਣੇ ਨੇ ਤੇ ਰਾਮ ਜੀ ਦਾਸ ਹੁਣ 10ਵੀਂ ਕਲਾਸ ਦੇ ਇਮਤਿਹਾਨ ਦੇਣ ਲਈ ਸਨ 1923 ਦੇ ਅੰਦਰ ਲੁਧਿਆਣੇ ਸ਼ਹਿਰ ਵਿੱਚ ਆਉਂਦੇ ਨੇ। ਜਦੋਂ ਲੁਧਿਆਣੇ ਸ਼ਹਿਰ ਆਏ, ਇਮਤਿਹਾਨ ਦਿੱਤੇ ਤੇ ਸ਼ਾਮ ਦਾ ਸਮਾਂ ਹੋ ਗਿਆ ਤੇ ਉੱਥੇ ਇੱਕ ਸ਼ਿਵ ਮੰਦਿਰ ਦੇ ਵਿੱਚ ਰਾਮ ਜੀ ਦਾਸ ਪਹੁੰਚ ਜਾਂਦੇ ਨੇ। ਜਾ ਕੇ ਕੀ ਵੇਖਿਆ, ਜਿਹੜੀਆਂ ਮੂਰਤੀਆਂ ਨੇ ਉਹਨਾਂ ਦੇ ਉੱਪਰ ਬੜਾ ਮਿੱਟੀ ਘੱਟਾ ਲੱਗਾ ਹੋਇਆ ਹੈ। ਖੂਹ ਵਿੱਚੋਂ ਜਲ ਕੱਢ ਕੇ, ਪਾਣੀ ਕੱਢ ਕੇ ਉਹਨਾਂ ਮੂਰਤੀਆਂ ਦਾ ਇਸ਼ਨਾਨ ਕਰਵਾਉਂਦੇ ਨੇ। ਮੰਦਿਰ ਦੇ ਵਿੱਚ ਸਾਫ਼ ਸਫਾਈ ਕਰਦੇ ਨੇ, ਸਾਰੀਆਂ ਚੀਜ਼ਾਂ ਨੂੰ ਥਾਂ ਥਾਂ ਟਿਕਾ ਦਿੰਦੇ ਨੇ। ਕਹਿੰਦੇ ਉਸ ਮੰਦਿਰ ਦੇ ਜਿਹੜਾ ਪੁਜਾਰੀ ਸੀ ਉਹਦੇ ਕੋਲ ਕੁਝ ਹੋਰ ਵੀ ਉਹਦੇ ਚੇਲੇ ਚਾਟੜੇ ਜਿਹੜੇ ਸਨ ਉਹ ਪੜਨ ਵਾਸਤੇ ਆਉਂਦੇ ਸਨ। ਕਹਿੰਦੇ ਸਾਰੇ ਵੇਖ ਕੇ ਹੈਰਾਨ ਹੋ ਗਏ ਕਿ ਇੱਕ ਛੋਟਾ ਜਿਹਾ ਬੱਚਾ ਬੜੀ ਲਗਨ ਦੇ ਨਾਲ ਲੱਗਾ ਹੋਇਆ ਸੇਵਾ ਕਰਦਾ। ਕਹਿੰਦੇ ਜਦੋਂ ਸਾਰਾ ਕੰਮ ਨਿਬੇੜਿਆ, ਸ਼ਾਮ ਹੋ ਗਈ। ਜਿਸ ਵੇਲੇ ਸ਼ਾਮ ਦਾ ਵਕਤ ਹੋਇਆ ਨਾ, ਤੇ ਉਸ ਵੇਲੇ ਉਹ ਮੰਦਿਰ ਦਾ ਪੁਜਾਰੀ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਤੇ ਭੋਜਨ ਛਕਣ ਵਾਸਤੇ ਬੈਠਾ। ਹੁਣ ਇਹ ਇੱਕ ਐਸਾ ਟਰਨਿੰਗ ਪੁਆਇੰਟ ਸੀ ਜਿੱਥੋਂ ਭਗਤ ਜੀ ਦੀ ਜ਼ਿੰਦਗੀ ਬਿਲਕੁਲ ਬਦਲ ਜਾਂਦੀ ਹੈ। ਤੇ ਗੱਲ ਬੜੀ ਸੁਣਨ ਵਾਲੀ ਹੈ। ਜਿਸ ਵੇਲੇ ਉਹ ਭੋਜਨ ਛਕਣ ਵਾਸਤੇ ਬੈਠੇ ਤੇ ਰਾਮ ਜੀ ਦਾਸ ਵੀ ਉਹਨਾਂ ਦੇ ਨੇੜੇ ਹੋ ਕੇ ਬਹਿ ਗਿਆ, ਤਾਂ ਉਸ ਮੰਦਿਰ ਦੇ ਪੁਜਾਰੀ ਨੇ ਬਾਂਹ ਤੋਂ ਫੜ ਕੇ ਪਾਸੇ ਕਰ ਦਿੱਤਾ
ਤੇ ਭੋਜਨ ਵੀ ਨਾ ਦਿੱਤਾ। ਕਹਿੰਦੇ ਇਹ ਸਾਰਿਆਂ ਦੇ ਛਕਣ ਲਈ ਨਹੀਂ ਆਇਆ, ਇਹ ਭੋਜਨ ਕੇਵਲ ਸਾਡੇ ਛਕਣ ਲਈ ਹੈ। ਤੇ ਸਾਧ ਸੰਗਤ ਰਾਮ ਜੀ ਦਾਸ ਬਿਨਾਂ ਭੋਜਨ ਛਕਿਆ ਉੱਥੇ ਰਾਤ ਗੁਜ਼ਾਰੀ ਉਹਨੇ ਬਾਹਰ, ਤੇ ਮਨ ਦੇ ਵਿੱਚ ਬੜੀ ਪੀੜਾ ਦੁੱਖ ਮਹਿਸੂਸ ਕੀਤਾ ਕਿ ਜੇਕਰ ਇੰਨੇ ਬੰਦੇ ਬਹਿ ਕੇ ਭੋਜਨ ਛਕ ਰਹੇ ਨੇ ਤੇ ਵਿੱਚੋਂ ਇੱਕ ਬੰਦੇ ਨੂੰ ਹੋਰ ਭੋਜਨ ਦੇਣਾ ਕੋਈ ਵੱਡੀ ਗੱਲ ਨਹੀਂ ਹੈ, ਪਰ ਇਹਨਾਂ ਨੇ ਮੇਰੇ ਨਾਲ ਵਿਤਕਰਾ ਕੀਤਾ, ਨਫ਼ਰਤ ਕੀਤੀ ਹੈ। ਕਹਿੰਦੇ ਰਾਤ ਭੁੱਖਿਆਂ ਗੁਜ਼ਾਰ ਦਿੱਤੀ। ਕਹਿੰਦੇ ਜਦੋਂ ਅਗਲੇ ਦਿਨ ਵਾਪਸ ਚੱਲ ਪਏ ਤੇ ਖੰਨੇ ਰੋਡ ਤੇ ਤੁਰੇ ਜਾ ਰਹੇ ਨੇ, ਸਾਹਨੇਵਾਲ ਪਿੰਡ ਦੇ ਕੋਲ ਗੁਰਦੁਆਰਾ ਰੇਰੂ ਸਾਹਿਬ, ਉੱਥੇ ਜਦੋਂ ਪਹੁੰਚੇ ਨਾ, ਕਹਿੰਦੇ ਉੱਥੇ ਨਗਾਰੇ ਦੇ ਖੜਕਣ ਦੀ ਆਵਾਜ਼ ਆਈ। ਤੇ ਨਗਾਰਾ ਖੜਕਾਉਣ ਤੋਂ ਭਾਵ ਜਿਸ ਵੇਲੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਪਾਣੀ ਤਿਆਰ ਹੋ ਜਾਂਦਾ, ਨਗਾਰਾ ਵਜਾਇਆ ਜਾਂਦਾ ਸੀ ਕਿ ਆਓ ਭਾਈ ਲੰਗਰ ਤਿਆਰ ਹੋ ਗਿਆ ਏ, ਆ ਕੇ ਸਾਰੇ ਛਕ ਲਓ। ਕਹਿੰਦੇ ਜਦੋਂ ਜਾ ਕੇ ਕੀ ਵੇਖਿਆ ਕਿ ਸਾਰੇ ਹੀ ਬੈਠੇ ਪੰਗਤਾਂ ਦੇ ਵਿੱਚ ਲੰਗਰ ਛਕ ਰਹੇ ਨੇ, ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾ ਰਿਹਾ, ਕਿਸੇ ਨਾਲ ਕੋਈ ਭਿੰਨ ਭੇਦ ਨਹੀਂ ਕੀਤਾ ਜਾ ਰਿਹਾ। ਤੇ ਕਈ ਸੱਜਣਾ ਨੇ ਇਹ ਵੀ ਲਿਖਿਆ ਹੈ ਕਿ ਇੱਕ ਗੁਰਦੁਆਰਾ ਸਾਹਿਬ ਰਾਤ ਦੇ ਸਮੇਂ ਪਹੁੰਚੇ, ਅੱਧੀ ਰਾਤ ਨੂੰ ਉੱਥੋਂ ਦੇ ਗ੍ਰੰਥੀ ਸਿੰਘ ਨੇ ਤਾਜ਼ਾ ਪ੍ਰਸ਼ਾਦਾ ਤਿਆਰ ਕਰਕੇ ਭਗਤ ਜੀ ਨੂੰ ਛਕਾਇਆ। ਅਜੇ ਨਾਮ ਰਾਮ ਜੀ ਦਾਸ ਹੈ। ਕਹਿੰਦੇ ਮਨ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਤੀ ਇੰਨੀ ਭਾਵਨਾ ਬਣ ਗਈ, ਇੰਨਾ ਪਿਆਰ ਪੈਦਾ ਹੋ ਗਿਆ ਕਿ ਸਹੀ ਅਰਥਾਂ ਦੇ ਵਿੱਚ ਗੁਰਦੁਆਰਾ ਸਾਹਿਬ ਇੱਕ ਉਹ ਸੰਸਥਾ ਹੈ ਜਿੱਥੇ ਜਿਹੜਾ ਮਨੁੱਖ ਗਿਆਨ ਦੀ ਪ੍ਰਾਪਤੀ ਕਰਨ ਵਾਸਤੇ ਆਇਆ ਏ ਉਹਨੂੰ ਗਿਆਨ ਮਿਲਦਾ ਏ, ਜਿਹੜਾ ਮਨੁੱਖ ਭੋਜਨ ਦੀ ਤਲਾਸ਼ ਵਿੱਚ ਆਇਆ ਉਹਨੂੰ ਭੋਜਨ ਮਿਲੇਗਾ, ਜਿਸ ਦੇ ਸਿਰ ਤੇ ਛੱਤ ਨਹੀਂ ਹੈ ਉਹ ਇੱਥੇ ਆ ਕੇ ਆਸਰਾ ਵੀ ਲੈ ਸਕਦਾ ਏ। ਉਸ ਦਿਨ ਤੋਂ ਗੁਰੂ ਘਰ ਦੇ ਨਾਲ ਇਹੋ ਜਿਹਾ ਪਿਆਰ ਬਣ ਗਿਆ। ਫਿਰ ਨੌਕਰੀ ਦੀ ਤਲਾਸ਼ ਦੇ ਵਿੱਚ ਘਰੋਂ ਨਿਕਲ ਤੁਰੇ ਤੇ ਚਲਦਿਆਂ ਚਲਦਿਆਂ ਪਾਕਿਸਤਾਨ ਡੇਰਾ ਸਾਹਿਬ ਉਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਜਾਂਦੇ ਨੇ। ਉੱਥੇ ਸੇਵਾਦਾਰੀ ਇਹਨਾਂ ਨੇ ਕਰਨੀ ਸ਼ੁਰੂ ਕਰ ਦਿੱਤੀ, ਬੜੀ ਸੇਵਾ ਪ੍ਰੇਮ ਨਾਲ ਕਰਦੇ ਨੇ। ਵੇਖਣਾ ਕਿ ਹੁਣ ਸੰਗਤ ਨਹੀਂ ਬੈਠੀ ਹੋਈ, ਲਾਈਟਾਂ ਬੰਦ ਕਰ ਦੇਣੀਆਂ, ਲੰਗਰ ਦੇ ਵਿੱਚ ਹੁਣ ਭੋਜਨ ਪੱਕ ਗਿਆ ਹੈ, ਲੱਕੜਾਂ ਬੁਝਾ ਕੇ ਰੱਖ ਦੇਣੀਆਂ ਕਿ ਇਹਨਾਂ ਨੂੰ ਕੱਲ ਵਰਤਿਆ ਜਾਏ। ਸੋ ਸ਼ੁਰੂ ਤੋਂ ਇਸ ਤਰ੍ਹਾਂ ਦਾ ਜੀਵਨ ਸੀ ਉਹਨਾਂ ਦਾ। ਉਹਨਾਂ ਦੀ ਇਹੋ ਹੀ ਸਾਰਿਆਂ ਨੂੰ ਪ੍ਰੇਰਣਾ ਹੁੰਦੀ ਸੀ ਕਿ ਜਿੰਨੀ ਚੀਜ਼ ਦੀ ਲੋੜ ਹੈ ਓਨੀ ਚੀਜ਼ ਵਰਤੀ ਜਾਏ। ਜਦੋਂ ਅਸੀਂ ਚੀਜ਼ਾਂ ਦੀ ਬੇਲੋੜੀ ਵਰਤੋਂ ਸ਼ੁਰੂ ਕਰ ਦਿੰਨੇ ਆ ਤੇ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਏਗਾ। ਅੱਜ ਵੀ ਉਹਨਾਂ ਦਾ ਤੁਸੀਂ ਲਿਟਰੇਚਰ ਪੜ੍ਹ ਕੇ ਵੇਖੋ ਤੇ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਕਿ ਜਿਸ ਤਰ੍ਹਾਂ ਦੀ ਜ਼ਿੰਦਗੀ ਆਪਾਂ ਜਿਉ ਰਹੇ ਨਾ, ਜਿਹੜਾ ਲਾਈਫ ਸਟਾਈਲ ਆਪਣਾ ਬਣ ਗਿਆ, ਇਹ ਇੱਕ ਦਿਨ ਪਰਲੋ ਆ ਜਾਏਗੀ, ਪਰਲੋ। ਤੇ ਸੱਚਮੁੱਚ ਅੱਜ ਜੋ ਕੁਝ ਵਾਪਰਦਾ ਪਰਲੋ ਤੋਂ ਘੱਟ ਨਹੀਂ। ਇਹ ਸਾਡੇ ਲਾਈਫ ਸਟਾਈਲ ਦੇ ਕਰਕੇ ਹੀ ਇਹ ਸਾਰੀਆਂ ਗੰਭੀਰ ਸਮੱਸਿਆਵਾਂ ਦੇ ਅਸੀਂ ਸ਼ਿਕਾਰ ਹੋ ਰਹੇ, ਜਿਹੋ ਜੀ ਸਾਡੀ ਜੀਵਨ ਸ਼ੈਲੀ ਬਣ ਚੁੱਕੀ ਹੈ। ਹੁਣ ਭਗਤ ਜੀ ਡੇਰਾ ਸਾਹਿਬ ਸੇਵਾ ਕਰਦੇ ਨੇ ਤੇ ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਕੀ ਹੋਇਆ, 4 ਕੁ ਸਾਲ ਦਾ ਮਾਸੂਮ ਬੱਚਾ ਜਿਹੜਾ ਅਪਾਹਜ ਸੀ, ਆਪਣੇ ਆਪ ਚੱਲ ਫਿਰ ਨਹੀਂ ਸੀ ਸਕਦਾ, ਡੇਰਾ ਸਾਹਿਬ ਉਹਨੂੰ ਕੋ ਗੁਰਦੁਆਰਾ ਸਾਹਿਬ ਦੇ ਬਾਹਰ ਪੌੜੀਆਂ ਤੇ ਬਿਠਾ ਕੇ ਚਲਿਆ ਗਿਆ। ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਜਦੋਂ ਵੇਖਿਆ ਕਿ ਛੋਟਾ ਜਿਹਾ ਬੱਚਾ ਕੋਈ ਛੱਡ ਕੇ ਚਲਿਆ ਗਿਆ ਹੈ, ਆਪਣੇ ਆਪ ਚੱਲ ਫਿਰ ਨਹੀਂ ਸਕਦਾ, ਉਹਨੇ ਰਾਮ ਜੀ ਦਾਸ ਨੂੰ ਆਵਾਜ਼ ਮਾਰੀ, ਆਖਿਆ ਅੱਜ ਤੋਂ ਬਾਅਦ ਆ ਬੱਚੇ ਦੀ ਸੇਵਾ ਸੰਭਾਲ ਤੁਸੀਂ ਕਰਨੀ ਹੈ। ਤੇ ਹੁਣ ਰਾਮ ਜੀ ਦਾਸ ਅੰਮ੍ਰਿਤ ਛਕ ਕੇ ਪੂਰਨ ਸਿੰਘ ਸੱਜ ਚੁੱਕੇ ਨੇ। ਤੋਂ ਪੂਰਨ ਸਿੰਘ ਨਾਮ ਰੱਖਿਆ ਗਿਆ ਉਹਨਾਂ ਦਾ। ਕਹਿੰਦੇ ਭਗਤ ਪੂਰਨ ਸਿੰਘ ਨੇ ਉਸ 4 ਸਾਲ ਦੇ ਛੋਟੇ ਮਾਸੂਮ ਬੱਚੇ ਨੂੰ ਚੁੱਕ ਲਿਆ ਤੇ ਇੰਨੇ ਪ੍ਰੇਮ ਨਾਲ ਸੇਵਾ ਕੀਤੀ ਜਿਹੜੇ ਸਕੇ ਮਾਂ ਪਿਓ
ਕੁੱਖੋਂ ਜਨਮ ਦੇਣ ਵਾਲੀ ਮਾਂ ਵੀ ਛੱਡ ਕੇ ਚਲੀ ਗਈ ਸੀ, ਉਸ ਬੱਚੇ ਨੂੰ ਭਗਤ ਜੀ ਨੇ ਮਾਂ ਤੋਂ ਵੱਧ ਕੇ ਪਿਆਰ ਦਿੱਤਾ ਤੇ ਉਹਦਾ ਨਾਮ ਹੀ ਰੱਖਿਆ ਪਿਆਰਾ ਸਿੰਘ। ਪਿਆਰਾ ਸਿੰਘ ਉਹਦਾ ਨਾਮ ਰੱਖਿਆ। ਚੱਲ ਫਿਰ ਨਹੀਂ ਸੀ ਸਕਦਾ, ਉਹਨੂੰ ਕਦੇ ਛੋਟੀ ਉਮਰੇ ਕੁੱਛੜ ਚੁੱਕ ਲੈਣਾ, ਕਦੇ ਮੋਢਿਆਂ ਤੇ ਚੁੱਕ ਲੈਣਾ, ਤੇ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ। ਪਿਆਰਾ ਸਿੰਘ ਨੂੰ ਹਰ ਵਕਤ ਆਪਣੇ ਨਾਲ ਰੱਖਣਾ। ਇਧਰ ਹਿੰਦੁਸਤਾਨ ਦੀ ਜਿਹੜੀ ਹੈ ਆਜ਼ਾਦੀ ਦੀ ਗੱਲ ਚੱਲ ਪਈ, ਪਾਕਿਸਤਾਨ ਤੇ ਹਿੰਦੁਸਤਾਨ ਦੇਸ਼ ਦਾ ਬਟਵਾਰਾ ਹੋ ਗਿਆ। ਜਦੋਂ ਦੇਸ਼ ਦਾ ਬਟਵਾਰਾ ਹੋਇਆ ਤੇ ਬਹੁਤ ਉਸ ਸਮੇਂ ਹਾਲਾਤ ਜਿਹੜੇ ਸਨ ਖਤਰਨਾਕ ਬਣ ਚੁੱਕੇ ਸਨ, ਕਿਉਂਕਿ ਕਤਲੋਗਾਰਤ ਹੋ ਰਹੀ ਸੀ। ਉਸ ਕਤਲੋਗਾਰਤ ਦੇ ਵਿੱਚ ਦੰਗੇ ਤੇ ਫਸਾਦਾਂ ਦੇ ਵਿੱਚੋਂ ਬੜੀ ਮੁਸ਼ਕਲ ਦੇ ਨਾਲ ਭਗਤ ਜੀ ਆਪ ਵੀ ਨਿਕਲ ਕੇ ਆਏ ਤੇ ਉਸ ਪਿਆਰਾ ਸਿੰਘ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਲੈ ਕੇ ਆ ਗਏ ਤੋ ਅੰਮ੍ਰਿਤਸਰ ਦੀ ਧਰਤੀ ਤੇ ਆ ਗਏ। ਇੱਥੇ ਆ ਕੇ ਖਾਲਸਾ ਕਾਲਜ ਦੇ ਅੰਦਰ ਜਿੰਨੇ ਵੀ ਸ਼ਰਨਾਰਥੀ ਲੋਕ ਪਾਕਿਸਤਾਨ ਤੋਂ ਉੱਜੜ ਕੇ ਆਏ ਸਨ, ਉਹਨਾਂ ਨੂੰ ਰੱਖਿਆ ਗਿਆ ਤੇ ਇੱਥੇ ਭਗਤ ਜੀ ਵੀ ਰਹੇ। ਭਗਤ ਜੀ ਨੇ ਵੇਖਿਆ ਕਿ ਬੜੇ ਲੋਕ ਉੱਜੜ ਕੇ ਆਏ ਨੇ, ਕਈ ਲੋਕ ਜ਼ਖਮੀ ਨੇ, ਕਈ ਬਿਮਾਰ ਨੇ। ਭਗਤ ਜੀ ਨੇ ਇਸ ਸ਼ਰਨਾਰਥੀ ਕੈਂਪ ਦੇ ਵਿੱਚ ਰਹਿ ਕੇ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ। ਕੁਝ ਹੋਰ ਬਿਮਾਰ ਲੋਕ, ਅਪਾਹਜ ਲੋਕ ਇਕੱਠੇ ਕਰ ਲਏ। ਚਲਦਿਆਂ ਚਲਦਿਆਂ ਇਹ ਅਦਾਰਾ ਇੱਕ ਸੰਸਥਾ ਦਾ ਰੂਪ ਧਾਰਨ ਕਰ ਗਿਆ, ਜਿਸ ਨੂੰ ਆਪਾਂ ਪਿੰਗਲਵਾੜੇ ਦੇ ਨਾਮ ਨਾਲ ਜਾਣਦੇ ਹਾਂ। ਭਗਤ ਜੀ ਰੋਜ਼ਾਨਾ ਹੀ ਪਿਆਰਾ ਸਿੰਘ ਨੂੰ ਰਿਕਸ਼ੇ ਵਿੱਚ ਬਿਠਾ ਕੇ ਤੇ ਦਰਬਾਰ ਸਾਹਿਬ ਲੈ ਆਉਂਦੇ। ਇੱਥੇ ਆ ਕੇ ਵਾਤਾਵਰਣ ਨੂੰ ਕਿਵੇਂ ਬਚਾਇਆ ਜਾ ਸਕੇ, ਕੁਦਰਤੀ ਸਾਧਨਾਂ ਦੀ ਕਿਵੇਂ ਸੰਭਾਲ ਕਰੀਏ, ਤੇ ਜੇ ਸੰਭਾਲ ਨਾ ਕੀਤੀ ਕੀ ਨਤੀਜੇ ਨਿਕਲਣਗੇ, ਇਹੋ ਜਿਹੇ ਛੋਟੇ ਛੋਟੇ ਕਿਤਾਬਚੇ ਉਹ ਵੰਡਦੇ ਰਹਿੰਦੇ। ਅੱਜ ਵੀ ਭਗਤ ਜੀ ਦਾ ਲਿਟਰੇਚਰ ਫ੍ਰੀ ਛਾਪ ਕੇ ਵੰਡਿਆ ਜਾਂਦਾ ਹੈ, ਉਹ ਸਾਨੂੰ ਪੜ੍ਹਨਾ ਚਾਹੀਦਾ ਹੈ। ਬੜੀ ਉਹਦੇ ਤੋਂ ਪ੍ਰੇਰਨਾ ਸਾਨੂੰ ਮਿਲੇਗੀ। ਤਾਂ ਭਗਤ ਜੀ ਨੇ ਇੱਥੇ ਫਿਰ ਸੇਵਾ ਸ਼ੁਰੂ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਥਾਂ ਖਰੀਦ ਕੇ ਜੋ ਪਿੰਗਲਵਾੜਾ ਤਿਆਰ ਕੀਤਾ ਗਿਆ। ਸੋ ਬਹੁਤ ਵੱਡੀਆਂ ਸੇਵਾਵਾਂ ਭਗਤ ਜੀ ਨੇ ਕੀਤੀਆਂ। ਤੇ ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਹੈ। ਬਾਬਾ ਫਰੀਦ ਸਾਹਿਬ ਭਗਤ ਦੀ ਗੱਲ ਕਰਦੇ ਨੇ ਕਿ ਭਗਤ ਕੌਣ ਹੁੰਦਾ ਹੈ। ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਤਾਣਾ। ਕਹਿੰਦੇ ਮਾਣ ਹੈ ਪਰ ਕਦੇ ਕੀਤਾ ਨਹੀਂ, ਤਾਣ ਹੈ ਪਰ ਕਦੇ ਵਿਖਾਇਆ ਨਹੀਂ ਕਿਸੇ ਨੂੰ ਬਲ। ਅਣ ਹੁੰਦੇ ਆਪ ਵੰਡਾਏ, ਨਾ ਹੁੰਦਿਆਂ ਹੋਇਆਂ ਵੀ ਵੰਡ ਕੇ ਛਕਣ ਦੀ ਭਾਵਨਾ ਰੱਖਣ ਵਾਲਾ। ਹੁਣ ਜੇ ਉਸ ਮੰਦਰ ਦੇ ਵਿੱਚ ਇਹਨੂੰ ਭੋਜਨ ਪ੍ਰਸ਼ਾਦਾ ਮਿਲ ਜਾਂਦਾ ਤੇ ਹੋ ਸਕਦਾ ਸਿੱਖੀ ਵਾਲੇ ਪਾਸੇ ਝੁਕਾਅ ਨਾ ਹੁੰਦਾ, ਪਰ ਇੱਕ ਛੋਟੀ ਜਿਹੀ ਘਟਨਾ ਨੇ ਜੀਵਨ ਬਦਲ ਦਿੱਤਾ। ਵੰਡ ਕੇ ਛਕਣ ਦੀ ਭਾਵਨਾ ਮਨ ਵਿੱਚ ਆ ਗਈ। ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਕਹਿੰਦੇ ਕੋਈ ਵਿਰਲਾ ਹੀ ਹੁੰਦਾ ਏ ਇਹੋ ਜਿਹਾ ਭਗਤ ਜਿਹੜਾ ਨਾ ਹੁੰਦਿਆਂ ਹੋਇਆਂ ਵੀ ਆਖੇ ਕੋਈ ਗੱਲ ਨਹੀਂ ਹੈ, ਵੰਡ ਕੇ ਛਕਾਂਗੇ। ਭਾਵੇਂ ਦੋ ਪ੍ਰਸ਼ਾਦੇ ਕੋਲ ਹੋਣ, ਭਾਵੇਂ ਸੀਮਤ ਸਾਧਨ ਨੇ, ਫਿਰ ਵੀ ਕਹਿੰਦਾ ਕੋਈ ਗੱਲ ਨਹੀਂ, ਆਪਾਂ ਵੰਡ ਕੇ ਛਕਾਂਗੇ। ਸੋ ਭਗਤ ਜੀ ਨੇ ਪਿੰਗਲਵਾੜਾ ਸੰਸਥਾ ਤਿਆਰ ਕਰਕੇ ਬਹੁਤ ਵੱਡਾ ਮਨੁੱਖਤਾ ਤੇ ਉਪਕਾਰ ਕੀਤਾ। ਜਿਨ੍ਹਾਂ ਨੂੰ ਕੋਈ ਨਹੀਂ ਸੀ ਸਾਂਭਦਾ, ਉਹ ਭਗਤ ਜੀ ਆਪਣੀ ਸ਼ਰਨ ਵਿੱਚ ਲੈ ਕੇ ਆਉਂਦੇ, ਆਪ ਹੱਥੀਂ ਸੇਵਾ ਕਰਦੇ। ਲੂਲੇ ਲੰਗੜੇ ਪਿੰਗਲੇ ਕੋੜਿਆਂ ਦੀ ਸੇਵਾ ਹੱਥੀਂ ਕੀਤੀ। ਤੋ ਉਸ ਸੇਵਾ ਦੇ ਸਦਕਾ ਬਹੁਤ ਉੱਚਾ ਮਰਤਬਾ ਉਹਨਾਂ ਨੂੰ ਮਿਲਿਆ। ਸੱਚਮੁੱਚ ਭਗਤ ਨੇ, ਸੱਚਮੁੱਚ ਕਹਿਣ ਮਾਤਰ ਬੜੇ ਭਗਤ ਤੁਰੇ ਫਿਰਦੇ ਨੇ, ਪਰ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਸੇਵਾ ਕੀਤੀ ਹੈ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਨ ਪਾਈਏ। ਉਹਨਾਂ ਦੀ ਸੇਵਾ ਤੋਂ ਸਮਰਪਿਤ ਭਾਵਨਾ ਨੂੰ ਵੇਖ ਕੇ ਸਨ 1981 ਦੇ ਅੰਦਰ ਉਹਨਾਂ ਨੂੰ ਭਾਰਤ ਦੀ ਸਰਕਾਰ ਨੇ ਪਦਮ ਸ਼੍ਰੀ ਅਵਾਰਡ ਦਿੱਤਾ। ਪਰ ਜਿਸ ਵੇਲੇ ਦਰਬਾਰ ਸਾਹਿਬ ਦੇ ਉੱਪਰ ਘੱਲੂਘਾਰਾ ਵਾਪਰਿਆ ਨਾ, ਘੱਲੂਘਾਰੇ ਦਰਮਿਆਨ ਭਗਤ ਜੀ ਨੇ ਅਸਹਿ ਅਕਹਿ ਪੀੜਾ ਨੂੰ ਹੰਢਾਇਆ ਤੇ ਸਾਰਾ ਕੁਝ ਅੱਖਾਂ ਦੇ ਨਾਲ ਵੇਖਿਆ। ਅੱਜ 4 ਜੂਨ ਦਾ ਦਿਨ ਹੈ ਨਾ, ਅੱਜ ਦੇ ਦਿਨ
1984 ਨੂੰ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਦੇ ਉੱਪਰ CRPF ਨੇ, ਆਰਮੀ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। 350 ਦੇ ਕਰੀਬ ਗੋਲੀਆਂ ਸ੍ਰੀ ਦਰਬਾਰ ਸਾਹਿਬ ਤੇ ਵੱਜੀਆਂ। ਕੀਰਤਨ ਕਰਦੇ ਰਾਗੀ ਸਿੰਘ ਗੋਲੀਆਂ ਲੱਗਣ ਕਰਕੇ ਸ਼ਹੀਦ ਹੋ ਗਏ। ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ, ਉਹ ਸਰੂਪ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤਿਆਰ ਕਰਵਾਇਆ ਗਿਆ ਸੀ, ਹੱਥ ਲਿਖਤ ਸਰੂਪ, ਉਸ ਸਰੂਪ ਦੇ ਵਿੱਚ ਗੋਲੀਆਂ ਵੱਜੀਆਂ ਜੋ ਅੱਜ ਤੱਕ ਮੌਜੂਦ ਹਨ। ਇਹ ਸਾਰਾ ਵਰਤਾਰਾ ਸਮੇਂ ਦੀ ਹਕੂਮਤ ਨੇ ਜਦੋਂ ਵਰਤਾਇਆ ਤੇ ਭਗਤ ਜੀ ਦਾ ਮਨ ਜਿਹੜਾ ਬੜਾ ਦੁਖੀ ਹੋਇਆ। ਦੁਖੀ ਮਨ ਦੇ ਨਾਲ ਪਦਮ ਸ਼੍ਰੀ ਅਵਾਰਡ ਉਹਨਾਂ ਨੇ ਵਾਪਸ ਕਰਕੇ ਦੇਸ਼ ਦੇ ਰਾਸ਼ਟਰਪਤੀ ਨੂੰ ਇੱਕ ਚਿੱਠੀ ਲਿਖੀ ਤੇ ਚਿੱਠੀ ਦੇ ਵਿੱਚ ਉਹਨਾਂ ਗੱਲਾਂ ਜਿਹੜੀਆਂ ਲਿਖੀਆਂ ਬੜੇ ਦੁਖੀ ਹਿਰਦੇ ਨਾਲ। ਕਹਿੰਦਾ, ਮੈਂ ਸੋਚਿਆ ਨਹੀਂ ਸੀ ਕਿ ਸਮੇਂ ਦੀ ਸਰਕਾਰ ਇੱਥੋਂ ਤੱਕ ਵੀ ਕਾਰਾ ਕਰ ਜਾਏਗੀ ਜੋ ਕਾਰਾ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਕੇ ਕੀਤਾ ਗਿਆ। ਕਹਿੰਦੇ ਬੇਕਸੂਰੇ ਲੋਕਾਂ ਨੂੰ ਇਉਂ ਮਾਰਿਆ ਗਿਆ ਜਿਵੇਂ ਕੋਈ ਪਿਚਕਾਰੀ ਮਾਰ ਕੇ ਤੇ ਮੱਛਰ ਮਾਰਨ ਵਾਲੀ ਦਵਾਈ ਸੁੱਟ ਕੇ ਮੱਛਰ ਮਾਰ ਦਿੰਦਾ ਹੈ ਨਾ, ਇਉਂ ਗੋਲੀਆਂ ਦੇ ਨਾਲ ਬੇਕਸੂਰੇ ਲੋਕਾਂ ਨੂੰ ਭੁੰਨ ਦਿੱਤਾ ਗਿਆ। ਦਰਬਾਰ ਸਾਹਿਬ ਦੀ ਪਵਿੱਤਰ ਹਦੂਦ ਦੇ ਵਿੱਚ ਕਹਿੰਦੇ ਆਰਮੀ ਵਾਲੇ ਬੀੜੀਆਂ ਪੀ ਰਹੇ ਸਨ ਤੇ ਜਿਸ ਵੇਲੇ ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌੜਾ, ਉਹਨਾਂ ਨੂੰ ਵੀ ਕਾਬੂ ਕਰ ਲਿਆ ਗਿਆ। ਉਹਨਾਂ ਬੀੜੀ ਪੀਣ ਵਾਲੇ ਨੂੰ ਰੋਕਿਆ ਤੇ ਅੱਗੋਂ ਆਰਮੀ ਵਾਲੇ ਕਹਿੰਦੇ, ਬੁੱਢਿਆ ਚੁੱਪ ਕਰਕੇ ਬਹਿ ਜਾ ਨਹੀਂ ਤੇ ਤੈਨੂੰ ਗੋਲੀ ਮਾਰ ਦਿਆਂਗੇ। ਤੇ ਟੌੜਾ ਸਾਹਿਬ ਕਹਿੰਦੇ, ਜੀ ਮੈਂ ਇੱਥੋਂ ਦਾ ਪ੍ਰਧਾਨ ਆ। ਉਹ ਕਹਿੰਦੇ ਆਰਾਮ ਨਾਲ ਬੈਠਾ ਰਹੋ, ਹੋਵੇਗਾ ਪ੍ਰਧਾਨ। ਇੰਨੇ ਜ਼ਿਆਦਾ ਹਾਲਾਤ ਮਾੜੇ ਹੋ ਗਏ। ਭਗਤ ਜੀ ਆਪਣੀ ਚਿੱਠੀ ਵਿੱਚ ਲਿਖਦੇ ਨੇ, ਕਹਿੰਦੇ ਜਿਹੜੇ ਲੋਕ ਪਾਣੀ ਦੀ ਮੰਗ ਕਰਦੇ ਸਨ ਨਾ, ਉਹਨਾਂ ਨੂੰ, ਜਿਹੜੇ ਲੋਕ ਗੋਲੀਆਂ ਨਾਲ ਸ਼ਹੀਦ ਹੋ ਚੁੱਕੇ ਸਨ, ਜਿਸ ਪਾਣੀ ਦੇ ਵਿੱਚ ਸ਼ਹੀਦਾਂ ਦਾ ਖੂਨ ਵਹਿ ਕੇ ਜਾ ਰਿਹਾ ਸੀ, ਬਾਥਰੂਮ ਦੇ ਵਿੱਚੋਂ ਪਿਸ਼ਾਬ ਵਹਿ ਕੇ ਜਾ ਰਿਹਾ ਨਾਲੀ ਦੇ ਵਿੱਚੋਂ, ਉੱਥੋਂ ਪਾਣੀ ਭਰ ਕੇ ਤੇ ਜਿਹੜੇ ਲੋਕ ਪਾਣੀ ਮੰਗਦੇ ਸਨ ਉਹਨਾਂ ਨੂੰ ਪਾਣੀ ਆਫਰ ਕੀਤਾ ਜਾਂਦਾ ਸੀ ਵੀ ਆ ਪੀ ਲਓ। ਤੇ ਕਈਆਂ ਨੂੰ ਪਾਣੀ ਦੇ ਵਿੱਚ ਬੀੜੀਆਂ ਘੋਲ ਕੇ ਪਿਆਈਆਂ ਗਈਆਂ ਤੇ ਇਸ ਤਰ੍ਹਾਂ ਦੀਆਂ ਟਿਚਰਾਂ ਕੀਤੀਆਂ ਕਿ ਵੀ ਆ ਲਓ ਇਹ ਅੰਮ੍ਰਿਤ ਬਣ ਗਿਆ ਹੈ। ਇਸ ਤਰ੍ਹਾਂ ਦੀਆਂ ਟਿਚਰਾਂ, ਇਸ ਤਰ੍ਹਾਂ ਦੇ ਭੱਦੇ ਮਜ਼ਾਕ ਕੀਤੇ ਗਏ ਜਿਹੜੇ ਕੋਈ ਵੀ ਗੁਰਸਿੱਖ ਸਹਿਣ ਨਹੀਂ ਕਰ ਸਕਦਾ। ਤੇ ਭਗਤ ਜੀ ਚਿੱਠੀ ਵਿੱਚ ਲਿਖਦੇ ਨੇ, ਕਹਿੰਦੇ ਗੁਰਦੁਆਰਾ ਸਾਹਿਬ ਦੀ ਤਾਬਿਆ ਬੈਠੇ ਗ੍ਰੰਥੀ ਸਿੰਘ, ਉਹਨੂੰ ਨਹੀਂ ਬਖਸ਼ਿਆ ਗਿਆ, ਉਹਨਾਂ ਨੂੰ ਫੜ ਲਿਆ ਗਿਆ, ਪਰਿਵਾਰ ਸਮੇਤ ਬੁਰੀ ਤਰ੍ਹਾਂ ਕੁੱਟਿਆ ਗਿਆ। ਨੌਜਵਾਨ ਬੱਚੇ ਉਹਨਾਂ ਦੀਆਂ ਪੱਗਾਂ ਖੋਲ ਕੇ, ਉਹਨਾਂ ਦੇ ਹੱਥ ਪੱਗਾਂ ਨਾਲ ਪਿੱਛੇ ਬੰਨ੍ਹ ਕੇ, ਪੈਰ ਬੰਨ੍ਹ ਕੇ ਤੱਤੇ ਫਰਸ਼ ਤੇ ਉਹਨਾਂ ਨੂੰ ਲਟਾਇਆ ਗਿਆ। ਉਹਨਾਂ ਦੀ ਚਮੜੀ ਸੜ ਕੇ ਕਾਲੀ ਹੋ ਗਈ ਪਰ ਉਹਨਾਂ ਤੇ ਰਹਿਮ ਨਹੀਂ ਕੀਤਾ ਗਿਆ। ਮੁਕਤਸਰ ਸਾਹਿਬ ਦੀ ਧਰਤੀ ਤੇ ਦਰਸ਼ਨ ਕਰਨ ਆਈਆਂ ਸੰਗਤਾਂ ਤੇ ਗੋਲੀਆਂ ਭਰਾਈਆਂ ਗਈਆਂ। ਇੱਥੋਂ ਤੱਕ ਜਿਹੜਾ ਵੀ ਬੰਦਾ ਪੀਲੀ ਪੱਗ ਵਾਲਾ ਨਜ਼ਰ ਆਉਂਦਾ ਸੀ ਉਸੇ ਵੇਲੇ ਉਹਨੂੰ ਫੜ ਲਿਆ ਜਾਂਦਾ ਸੀ, ਗੋਲੀ ਮਾਰ ਕੇ ਉਡਾ ਦਿੱਤਾ ਜਾਂਦਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕੀਤੀ ਗਈ। ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਕਈ 100 ਸਾਲ ਦੇ ਖਰੜੇ ਜਿਹੜੇ ਸ਼੍ਰੋਮਣੀ ਕਮੇਟੀ ਦਾ ਸਾਰਾ ਸਾਹਿਤ, ਇਤਿਹਾਸ, ਗੁਰੂ ਗ੍ਰੰਥ ਸਾਹਿਬ ਦੇ ਪਾਵਨ ਹੱਥ ਲਿਖਤ ਸਰੂਪ, ਕਹਿੰਦੇ ਸਾਰਾ ਕੁਝ ਨਸ਼ਟ ਕੀਤਾ ਗਿਆ, ਬਰਬਾਦ ਕੀਤਾ ਗਿਆ। ਭਗਤ ਜੀ ਲਿਖਦੇ ਨੇ, ਇਹ ਸਾਰਾ ਕੁਝ ਵੇਖ ਕੇ ਕਹਿੰਦੇ ਮੈਂ ਅਤਿਅੰਤ ਦੁਖੀ ਹਾਂ ਤੇ ਇੰਨਾ ਦੁਖੀ ਹੋ ਕੇ ਮੈਂ ਆਪ ਦਾ ਇਹ ਅਵਾਰਡ ਰੱਖ ਨਹੀਂ ਸਕਦਾ, ਇਸ ਕਰਕੇ ਮੈਂ ਵਾਪਸ ਕਰ ਰਿਹਾ ਹਾਂ। ਇਸ ਕਰਕੇ ਇਹ ਅਵਾਰਡ ਮੈਂ ਤੁਹਾਨੂੰ ਵਾਪਸ ਕਰ ਰਿਹਾ ਹਾਂ। ਸੋ ਭਗਤ ਜੀ ਦਾ ਇਹ ਅਵਾਰਡ ਵਾਪਸ ਕਰਨਾ ਕੋਈ ਛੋਟੀ ਗੱਲ ਨਹੀਂ ਸੀ। ਇੰਨੀ ਵੱਡੀ ਸੇਵਾ ਦੇ ਨਿਮਰਤਾ ਦੇ ਪੁੰਜ, ਕਿੰਨਾ ਕੁ ਜ਼ਿਆਦਾ ਉਹਨਾਂ ਦਾ ਮਨ ਦੁਖੀ ਹੋਇਆ ਹੋਵੇਗਾ ਇਸ ਘੱਲੂਘਾਰੇ ਨੂੰ ਵੇਖ ਕੇ। ਤੇ ਸਾਧ ਸੰਗਤ, ਹਰ ਇੱਕ ਸ਼ਰਧਾ ਰੱਖਣ ਵਾਲਾ ਸਿੱਖ ਜਦੋਂ ਘੱਲੂਘਾਰੇ ਬਾਰੇ ਸੁਣਦਾ ਤੇ ਅੰਮ੍ਰਿਤਸਰ ਵੱਲ ਨੂੰ ਦੌੜ ਪੈਂਦਾ। ਕਹਿੰਦੇ ਉਸ ਵੇਲੇ ਜਿਹੜੇ ਸਿੱਖ ਰੈਜੀਮੈਂਟਾਂ ਦੇ ਵਿੱਚ ਜਿੰਨੇ ਵੀ ਸਿੱਖ ਭਰਤੀ ਸਨ ਫੌਜ ਦੇ ਅੰਦਰ, ਉਹਨਾਂ ਨੇ ਬਗਾਵਤਾਂ ਕਰਕੇ
ਤੇ ਸਾਰੇ ਦਰਬਾਰ ਸਾਹਿਬ ਨੂੰ ਤੁਰ ਪਏ। ਉਹਨਾਂ ਦੇ ਵਿੱਚੋਂ ਬਹੁਤਿਆਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ, ਕਈਆਂ ਤੇ ਗੋਲੀ ਚਲਾ ਕੇ ਕਈਆਂ ਨੂੰ ਸ਼ਹੀਦ ਕਰ ਦਿੱਤਾ ਗਿਆ, ਤੇ ਕਈਆਂ ਤੇ ਅੱਜ ਤੀਕ ਵੀ ਮੁਕੱਦਮੇ ਚੱਲ ਰਹੇ ਨੇ, ਜਿਨ੍ਹਾਂ ਨੂੰ ਆਪਾਂ ਧਰਮੀ ਫੌਜੀ ਕਹਿੰਦੇ ਆ। ਧਰਮੀ ਫੌਜੀ ਅੱਜ ਤੀਕ ਵੀ ਉਹਨਾਂ ਤੇ ਮੁਕੱਦਮੇ ਚੱਲ ਰਹੇ ਨੇ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ, ਸਮੇਂ ਦੀਆਂ ਸਰਕਾਰਾਂ ਤੇ ਧਾਰਮਿਕ ਆਗੂਆਂ ਨੇ ਉਹਨਾਂ ਧਰਮੀ ਫੌਜੀਆਂ ਦੇ ਨਾਂ ਤੇ ਬੜਾ ਪੈਸਾ ਇਕੱਠਾ ਕਰ ਲਿਆ, ਪਰ ਉਹਨਾਂ ਤੱਕ ਕੋਈ ਸਹੂਲਤ ਪਹੁੰਚੀ ਨਹੀਂ। ਉਹ ਧਰਮੀ ਫੌਜੀ ਅੱਜ ਵੀ ਬੜੀ ਦੁਸ਼ਵਾਰੀ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਨੇ, ਕਿਉਂਕਿ ਨੌਕਰੀ ਉਹਨਾਂ ਨੇ ਆਪ ਛੱਡ ਦਿੱਤੀ। ਉਸ ਤੋਂ ਬਾਅਦ ਉਹਨਾਂ ਨੂੰ ਕੋਈ ਸਹੂਲਤ ਨਾ ਮਿਲੀ, ਉਹਨਾਂ ਤੇ ਕੇਸ ਚੱਲਦੇ ਰਹੇ, ਕਈ ਸਮਾਂ ਉਹਨਾਂ ਨੇ ਜੇਲ੍ਹਾਂ ਵੀ ਕੱਟੀਆਂ। ਇਹ ਸਾਰਾ ਕੁਝ ਧਰਮੀ ਫੌਜੀਆਂ ਨਾਲ ਵਾਪਰਿਆ। ਜਿਹੜੇ ਆਮ ਸਿੱਖ ਸਨ, ਪਿੰਡਾਂ ਸ਼ਹਿਰਾਂ ਵਿੱਚ ਵਸਣ ਵਾਲੇ, ਜਦੋਂ ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲੇ ਦੀ ਗੱਲ ਸੁਣੀ, ਉਹ ਵੀ ਵਹੀਰਾਂ ਘੱਤ ਕੇ ਦਰਬਾਰ ਸਾਹਿਬ ਵੱਲ ਤੁਰ ਕੇ ਆਏ। ਉਹਨਾਂ ਨੂੰ ਰਾਹ ਵਿੱਚ ਫੜਿਆ ਗਿਆ, ਉਹਨਾਂ ਨੂੰ ਵੀ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਤੇ ਦਰਬਾਰ ਸਾਹਿਬ ਦੇ ਅੰਦਰ 4 ਜੂਨ ਤੋਂ ਗੋਲੀ ਚੱਲਣੀ ਸ਼ੁਰੂ ਹੋ ਗਈ। ਹੁਣ ਅੱਗੋਂ ਸਿੰਘਾਂ ਨੇ ਵੀ ਚੱਲ ਰਹੀ ਗੋਲੀ ਦਾ ਫਿਰ ਜਵਾਬ ਦੇਣਾ ਸ਼ੁਰੂ ਕੀਤਾ। ਤੇ ਉਸ ਵੇਲੇ ਜਨਰਲ ਸ਼ਬੇਗ ਸਿੰਘ ਦੀ ਅਗਵਾਈ ਦੇ ਅੰਦਰ ਜਿੰਨੇ ਵੀ ਸਿੰਘ ਫੌਜ ਦਾ ਮੁਕਾਬਲਾ ਕਰ ਰਹੇ ਸਨ, ਇਸ ਢੰਗ ਨਾਲ ਮੋਰਚਾਬੰਦੀ ਕੀਤੀ ਹੋਈ ਸੀ ਕਿ 4 ਜੂਨ 5 ਜੂਨ ਅਤੇ 6 ਜੂਨ ਦੀ ਸਵੇਰ ਤੱਕ ਕੋਈ ਵੀ ਫੌਜੀ ਜਿਹੜਾ ਅਕਾਲ ਤਖਤ ਸਾਹਿਬ ਦੇ ਨੇੜੇ ਨਹੀਂ ਪਹੁੰਚ ਸਕਿਆ। ਨੇੜੇ ਆਉਣ ਤੋਂ ਪਹਿਲਾਂ ਹੀ ਸਿੰਘ ਉਹਨੂੰ ਗੱਡੀ ਚਾੜ ਦਿੰਦੇ ਸਨ। ਜਦੋਂ ਵੇਖਿਆ ਕਿ ਪੈਦਲ ਦਸਤੇ ਜਿਹੜੇ ਨੇ ਉਹ ਕਾਮਯਾਬ ਨਹੀਂ ਹੋ ਸਕੇ, ਫਿਰ ਬਲੈਕ ਕੈਟ ਕਮਾਂਡੋ ਨੂੰ ਹੈਲੀਕਾਪਟਰ ਦੇ ਰਾਹੀਂ ਉਤਾਰਿਆ ਗਿਆ, ਉਹ ਵੀ ਕਾਮਯਾਬ ਨਾ ਹੋਏ। ਫਿਰ ਭਾਰੀ ਟੈਂਕ ਜਿਹੜੇ ਵੱਡੇ, ਉਹਨਾਂ ਦੀ ਮਦਦ ਲਈ ਗਈ। ਲੰਗਰ ਹਾਲ ਵਾਲੇ ਪਾਸਿਓਂ ਟੈਂਕ ਜਿਹੜੇ ਨੇ ਉਹ ਪ੍ਰਕਰਮਾਂ ਵਿੱਚ ਦਾਖਲ ਕੀਤੇ ਗਏ, ਪਰ ਉਹ ਵੀ ਅਕਾਲ ਤਖਤ ਸਾਹਿਬ ਦੇ ਨੇੜੇ ਨਾ ਪਹੁੰਚ ਸਕੇ। ਟੈਂਕਾਂ ਰਾਹੀਂ ਦੂਰੋਂ ਹੀ ਅਕਾਲ ਤਖਤ ਸਾਹਿਬ ਦੇ ਉੱਪਰ ਗੋਲੇ ਸੁੱਟੇ ਗਏ, ਜਿਹਦੇ ਨਾਲ ਬਿਲਡਿੰਗ ਪੂਰੀ ਨੁਕਸਾਨੀ ਗਈ। ਉੱਪਰਲਾ ਸੁਨਹਿਰੀ ਗੁੰਬਦ ਜਿਹੜਾ ਹੈ ਉਹਦੇ ਵਿੱਚ ਵੱਡੇ ਮੋਰੇ ਹੋ ਗਏ, ਪਰ ਜਿਹੜੇ ਸਿੰਘ ਤਖਤ ਤੇ ਸਨ ਉਹ ਥਲੜੀਆਂ ਮੰਜ਼ਲਾਂ ਵਿੱਚ ਬੈਠੇ ਹੋਣ ਕਰਕੇ ਉਹਨਾਂ ਦਾ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ। ਪਰ ਆਰਮੀ ਹੌਲੀ ਹੌਲੀ ਅੰਦਰ ਦਾਖਲ ਹੁੰਦੀ ਗਈ। ਪ੍ਰਕਰਮਾਂ ਦੇ ਵਿੱਚ ਜਿੰਨੇ ਵੀ ਕਮਰੇ ਬਣੇ ਸਨ, ਸਾਰਿਆਂ ਦੇ ਵਿੱਚ ਗ੍ਰਨੇਡ ਸੁੱਟੇ ਗਏ, ਟੀਅਰ ਗੈਸ ਦੇ ਗੋਲੇ ਸੁੱਟੇ ਗਏ ਵੀ ਇੱਥੇ ਜੇ ਕੋਈ ਬੰਦਾ ਹੈ ਤਾਂ ਖਤਮ ਹੋ ਜਾਵੇ। ਸੋ ਇਸ ਕਰਕੇ ਬਹੁਤ ਜ਼ਿਆਦਾ ਭਿਆਨਕ ਮੰਜ਼ਰ ਇਸ ਸਥਾਨ ਤੇ ਬਣਿਆ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਸ ਵੇਲੇ ਰਾਸ਼ਟਰਪਤੀ ਭਾਵੇਂ ਆਪਣੇ ਆਪ ਨੂੰ ਕਹਾਉਣ ਵਾਲਾ ਇੱਕ ਸਿੱਖ ਸੀ, ਜਿਸ ਨੂੰ ਲੋਕ ਗਿਆਨੀ ਜੈਲ ਸਿੰਘ ਕਹਿੰਦੇ ਸਨ, ਪਰ ਉਹ ਵੀ ਇਸ ਸਾਰੇ ਘੱਲੂਘਾਰੇ ਦਰਮਿਆਨ ਉਹ ਵੀ ਕੋਈ ਚੰਗਾ ਕੰਮ ਨਹੀਂ ਕਰ ਸਕਿਆ। ਸਗੋਂ 8 ਜੂਨ ਨੂੰ ਉਹ ਇਸ ਘੱਲੂਘਾਰੇ ਨੂੰ ਵੇਖਣ ਵਾਸਤੇ ਆਉਂਦਾ ਏ। ਢੱਠਾ ਹੋਇਆ ਅਕਾਲ ਤਖਤ ਵੇਖ ਕੇ, ਪ੍ਰਕਰਮਾਂ 'ਚ ਪਈਆਂ ਸੈਂਕੜੇ ਲਾਸ਼ਾਂ ਵੇਖ ਕੇ ਉਹਦਾ ਮਨ ਨਹੀਂ ਭਤੀਜਿਆ। ਉਹਦੀ ਅੱਖਾਂ 'ਚੋਂ ਅਥਰੂ ਨਹੀਂ ਡਿੱਗੇ, ਸਗੋਂ ਉਹਦੇ ਨਾਲ ਅੰਗ ਰੱਖਿਅਕ ਤੁਰ ਰਹੇ ਨੇ। ਉਹਦੇ ਸਿਰ ਤੇ ਛਤਰੀ ਤਾਣੀ ਹੋਈ ਹੈ, ਉਹਦੀ ਜੇਬ ਦੇ ਵਿੱਚ ਗੁਲਾਬ ਦਾ ਫੁੱਲ ਲੱਗਾ ਹੋਇਆ ਹੈ, ਤੇ ਆ ਕੇ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਆਇਆ। ਉਸ ਦਿਨ ਭਾਵੇਂ ਦਰਬਾਰ ਸਾਹਿਬ ਕੋਈ ਰਾਗੀ ਜਥਾ ਨਹੀਂ ਸੀ ਪਹੁੰਚਿਆ, ਪਰ ਗਿਆਨੀ ਜੈਲ ਸਿੰਘ ਦੇ ਪਹੁੰਚਣ ਕਰਕੇ ਸਪੈਸ਼ਲ ਰਾਗੀ ਜਥਾ ਬੁਲਾਇਆ ਗਿਆ, ਭਾਈ ਸੁਰਿੰਦਰ ਸਿੰਘ ਜੀ ਪਟਨਾ ਸਾਹਿਬ ਵਾਲੇ। ਤੇ ਜਦੋਂ ਜੈਲ ਸਿੰਘ ਨੇ ਆ ਕੇ ਮੱਥਾ ਟੇਕਿਆ ਤੇ ਭਾਈ ਸੁਰਿੰਦਰ ਸਿੰਘ ਜੀ ਪਟਨਾ ਸਾਹਿਬ ਵਾਲਿਆਂ ਇੱਕ ਸ਼ਬਦ ਪੜਿਆ, ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚੱਟੈ। ਸੱਚਮੁੱਚ ਇਹੋ ਹੀ ਹਾਲਤ ਇਹਨਾਂ ਲੋਕਾਂ ਦੀ ਸੀ ਜਿਨ੍ਹਾਂ ਨੇ ਇਹ ਸਾਰੇ ਕਾਰੇ ਕਰਵਾਏ। ਗੁਰੂ ਸਾਹਿਬ ਕਿਰਪਾ ਕਰਨ। ਸਿੱਖ ਨਸਲ ਕੁਸ਼ੀ ਜੂਨ 1984 ਦਰਮਿਆਨ ਜਿੰਨੇ ਵੀ ਸਿੰਘ ਸਿੰਘਣੀਆਂ ਸ਼ਹਾਦਤਾਂ ਦੇ ਜਾਮ ਪੀਤੇ, ਸਾਰਿਆਂ ਨੂੰ ਕੋਟ ਕੋਟ ਪ੍ਰਣਾਮ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਨਾ ਚਤਾਰਨੀਆਂ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ।